ਦੋਸਤੋ ਇਸਰੋ ਮਤਲਬ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਇਹ ਇੰਡੀਆ ਦੀ ਉਹ ਸੰਸਥਾ ਹੈ ਜੋ ਸਪੇਸ ਐਕਸਪਲੋਰੇਸ਼ਨ ਅਤੇ ਰਿਸਰਚ ਨਾਲ ਜੁੜੇ ਸਾਰੇ ਕੰਮ ਕਰਦੀ ਹੈ। ਇਹ ਸੰਸਥਾ ਨੇ ਇੰਡੀਆ ਨੂੰ ਕਈ ਮਹਾਨ ਸਾਇੰਟਿਸਟ ਦਿੱਤੇ ਹਨ, ਜਿਨ੍ਹਾਂ ਵਿੱਚ ਡਾਕਟਰ ਅਬਦੁਲ ਕਲਾਮ ਅਤੇ ਵਿਕਰਮ ਸਾਰਾਭਾਈ ਵਰਗਿਆਂ ਦਾ ਨਾਮ ਆਉਂਦਾ ਹੈ। ਇਸੇ ਹੀ ਲਿਸਟ ਵਿੱਚ ਇੱਕ ਹੋਰ ਵੱਡਾ ਨਾਮ ਆਉਂਦਾ ਹੈ ਡਾਕਟਰ ਨਾਮਬੀ ਨਾਰਾਇਣ। ਡਾਕਟਰ ਨਾਮਬੀ ਨਾਰਾਇਣ ਉਹ ਸ਼ਖਸ ਹਨ ਜਿਨ੍ਹਾਂ ਨੇ ਨਾਸਾ ਜਿਹੀ ਏਜੰਸੀ ਵਿੱਚ ਨੌਕਰੀ ਕਰਨ ਨੂੰ ਨਾ ਕਹਿ ਕੇ ਇੰਡੀਆ ਲਈ ਕੰਮ ਕਰਨ ਨੂੰ ਤਰਜੀਹ ਦਿੱਤੀ ਸੀ, ਪਰ ਸਿਰਫ ਇੱਕ ਝੂਠੇ ਜਾਸੂਸੀ ਕੇਸ ਨੇ ਉਹਨਾਂ ਦੇ ਸਾਰੇ ਕੈਰੀਅਰ ਨੂੰ ਤਬਾਹ ਕਰ ਦਿੱਤਾ। ਡਾਕਟਰ ਨਾਮਬੀ ਨਾਰਾਇਣ ਇਸਰੋ ਦੇ ਇੱਕ ਮਹਾਨ ਸਾਇੰਟਿਸਟ ਸਨ, ਪਰ ਅਕਤੂਬਰ 1994 ਵਿੱਚ ਉਹਨਾਂ ਉੱਤੇ ਦੋਸ਼ ਲੱਗਦੇ ਹਨ ਕਿ ਉਹ ਪਾਕਿਸਤਾਨ ਦੇ ਜਾਸੂਸ ਹਨ ਅਤੇ ਇਸਰੋ ਦੀ ਮਹੱਤਵਪੂਰਨ ਜਾਣਕਾਰੀ ਪਾਕਿਸਤਾਨ ਨੂੰ ਦੇ ਰਹੇ ਹਨ। 1994 ਵਿੱਚ ਜਦੋਂ ਮਿਸਟਰ ਨਾਰਾਇਣ ਤੇ ਇਹ ਦੋਸ਼ ਲੱਗੇ ਤਾਂ ਉਸ ਟਾਈਮ ਉਹ ਇੱਕ ਵੱਡੇ ਸਪੇਸ ਸੈਟੇਲਾਈਟ ਪ੍ਰੋਜੈਕਟ ਤੇ ਕੰਮ ਕਰ ਰਹੇ ਸਨ ਅਤੇ ਜੇ ਉਹ ਪ੍ਰੋਜੈਕਟ ਪੂਰਾ ਹੋ ਜਾਂਦਾ ਤਾਂ ਇੰਡੀਆ ਨੇ 1990 ਦੇ ਦਹਾਕੇ ਵਿੱਚ ਹੀ ਅਮਰੀਕਾ ਅਤੇ ਹੋਰ ਕਈ ਕੰਟਰੀਜ਼ ਨੂੰ ਪਛਾੜ ਕੇ ਸਪੇਸ ਅਤੇ ਸੈਟੇਲਾਈਟ ਦੀ ਰੇਸ ਵਿੱਚ ਕਾਫੀ ਅੱਗੇ ਨਿਕਲ ਜਾਣਾ ਸੀ। ਪਰ ਬਦਕਿਸਮਤੀ ਨਾਲ ਦੋਸਤੋ ਇੱਕ ਇੰਟਰਨੈਸ਼ਨਲ ਕਨਸਪੀਰੇਸੀ ਜਿਸ ਵਿੱਚ ਅਮਰੀਕਾ ਅਤੇ ਰਸ਼ੀਆ ਸਮੇਤ ਵਰਲਡ ਦੀਆਂ ਕਈ ਹੋਰ ਕੰਟਰੀਜ਼ ਵੀ ਸ਼ਾਮਲ ਸਨ, ਉਹਨਾਂ ਨੇ ਮਿਸਟਰ ਨਾਮਬੀ ਨੂੰ ਇਸ ਝੂਠੇ ਕੇਸ ਵਿੱਚ ਫਸਾ ਦਿੱਤਾ, ਜਿਸ ਕਰਕੇ ਮਿਸਟਰ ਨਾਮਬੀ ਦਾ ਇਹ ਪ੍ਰੋਜੈਕਟ ਇਸ ਡਰਟੀ ਪੋਲਿਟਿਕਸ ਦੀ ਭੇਂਟ ਚੜ ਗਿਆ। ਵੈਸੇ ਨਾਮਬੀ ਨਾਰਾਇਣ ਜੀ ਦੀ ਇਸ ਪੂਰੀ ਸਟੋਰੀ ਤੇ ਇਸੇ ਹਫਤੇ ਇੱਕ ਫਿਲਮ ਵੀ ਰਿਲੀਜ਼ ਹੋਈ ਹੈ ਜਿਸ ਦਾ ਨਾਮ ਹੈ ਰੌਕੇਟਰੀ ਦਾ ਨਾਮਬੀ ਇਫੈਕਟ, ਅਤੇ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਵੀ ਇੰਡੀਆ ਦੇ ਇਸ ਅਸਲੀ ਹੀਰੋ ਨਾਲ ਬੀਤੀ ਇਸ ਮੰਦਭਾਗੀ ਸਟੋਰੀ ਨੂੰ ਸ਼ੇਅਰ ਕਰਾਂਗੇ ਅਤੇ ਦੱਸਾਂਗੇ ਕਿ ਕਿਉਂ ਇੱਕ ਸੱਚੇ ਦੇਸ਼ ਭਗਤ ਅਤੇ ਨਿਰਦੋਸ਼ ਸਾਇੰਟਿਸਟ ਨੂੰ ਇੱਕ ਝੂਠੇ ਜਾਸੂਸੀ ਕੇਸ ਵਿੱਚ ਫਸਾਇਆ ਗਿਆ ਸੀ। ਦੋਸਤੋ ਮਿਸਟਰ ਨਾਮਬੀ ਦਾ ਜਨਮ 1941 ਨੂੰ ਕੇਰਲਾ ਦੇ ਇੱਕ ਛੋਟੇ ਜਿਹੇ ਪਿੰਡ ਨਾਗਰਕੋਇਲ ਵਿੱਚ ਹੋਇਆ ਸੀ। ਮਿਸਟਰ ਨਾਮਬੀ ਜੋ ਕਿ ਬਚਪਨ ਤੋਂ ਹੀ ਪੜ੍ਹਾਈ ਵਿੱਚ ਕਾਫੀ ਹੁਸ਼ਿਆਰ ਸਨ, ਉਹਨਾਂ ਨੇ ਆਪਣੀ ਐਮਟੈਕ ਤੱਕ ਦੀ ਪੜ੍ਹਾਈ ਤਿਰਵੰਤਪੁਰਮ ਦੇ ਕਾਲਜ ਵਿੱਚ ਹੀ ਕੀਤੀ ਅਤੇ ਬਾਅਦ ਵਿੱਚ ਉਹਨਾਂ ਨੇ ਅਮਰੀਕਾ ਵਿੱਚ ਜਾ ਕੇ ਰਾਕੇਟ ਪ੍ਰੋਪਲਸ਼ਨ ਵਿੱਚ ਆਪਣੀ ਮਾਸਟਰਜ਼ ਦੀ ਪੜ੍ਹਾਈ ਪੂਰੀ ਕੀਤੀ ਸੀ। ਮਿਸਟਰ ਨਾਮਬੀ ਨੂੰ ਉਸ ਟਾਈਮ ਨਾਸਾ ਵੱਲੋਂ ਵੀ ਕਈ ਵਧੀਆ ਜੌਬਸ ਦੇ ਆਫਰ ਮਿਲੇ ਸਨ, ਪਰ ਉਹਨਾਂ ਦਾ ਸੁਪਨਾ ਇੰਡੀਆ ਲਈ ਕੁਝ ਵੱਡਾ ਕਰਨ ਦਾ ਸੀ ਅਤੇ ਉਹਨਾਂ ਨੇ ਇੰਡੀਆ ਆ ਕੇ ਇਸਰੋ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮਿਸਟਰ ਨਾਮਬੀ ਇੱਕ ਬਹੁਤ ਹੀ ਤੇਜ਼ ਬੁੱਧੀ ਵਾਲੇ ਅਤੇ ਵਿਜ਼ਨਰੀ ਸਾਇੰਟਿਸਟ ਸਨ ਅਤੇ ਉਹਨਾਂ ਨੇ ਹੀ ਇੰਡੀਆ ਵਿੱਚ ਸਭ ਤੋਂ ਪਹਿਲਾਂ ਲਿਕੁਇਡ ਫਿਊਲ ਇੰਜਨ ਦਾ ਨਿਰਮਾਣ ਕੀਤਾ ਸੀ, ਜਿਸ ਨੂੰ ਵਿਕਾਸ ਇੰਜਨ ਵੀ ਕਿਹਾ ਜਾਂਦਾ ਹੈ। ਦੋਸਤੋ ਇਸੇ ਵਿਕਾਸ ਇੰਜਨ ਕਰਕੇ ਹੀ ਇੰਡੀਆ ਚੰਦਰਯਾਨ 1 ਵਰਗੇ ਸਪੇਸਸ਼ਿਪ ਨੂੰ ਲਾਂਚ ਕਰਨ ਵਿੱਚ ਸਫਲ ਹੋਇਆ ਸੀ। 1970 ਅਤੇ 1980 ਦੇ ਦਹਾਕੇ ਵਿੱਚ ਮਿਸਟਰ ਨਾਮਬੀ ਇਸਰੋ ਵਿੱਚ ਕਾਫੀ ਵਧੀਆ ਕੰਮ ਕਰ ਰਹੇ ਸਨ। ਮਿਸਟਰ ਨਾਮਬੀ ਇਸਰੋ ਨੂੰ ਵਰਲਡ ਲੈਵਲ ਦੀ ਇੱਕ ਮੋਸਟ ਐਡਵਾਂਸਡ ਅਤੇ ਸੈਲਫ ਇੰਡੀਪੈਂਡੈਂਟ ਏਜੰਸੀ ਬਣਾਉਣਾ ਚਾਹੁੰਦੇ ਸਨ ਅਤੇ ਇਸੇ ਲਈ ਹੀ 1992 ਵਿੱਚ ਇੰਡੀਆ ਅਤੇ ਰਸ਼ੀਆ ਵਿੱਚ ਇੱਕ ਸਮਝੌਤਾ ਹੋਇਆ ਸੀ। ਇਸ ਸਮਝੌਤੇ ਦੇ ਮੁਤਾਬਕ ਰਸ਼ੀਆ ਨੇ ਇੰਡੀਆ ਨੂੰ ਉਸ ਟਾਈਮ ਦੀ ਇੱਕ ਐਡਵਾਂਸਡ ਕ੍ਰਾਇਓਜੈਨਿਕ ਫਿਊਲ ਇੰਜਨ ਦੀ ਟੈਕਨੋਲੋਜੀ ਵੇਚਣੀ ਸੀ, ਜਿਸ ਦੀ ਉਸ ਵਕਤ ਕੀਮਤ ਲਗਭਗ 235 ਕਰੋੜ ਰੁਪਏ ਸੀ। ਇਹੀ ਸੇਮ ਟੈਕਨੋਲੋਜੀ USA ਇੰਡੀਆ ਨੂੰ 950 ਕਰੋੜ ਰੁਪਏ ਵਿੱਚ ਅਤੇ ਫਰਾਂਸ ਇੰਡੀਆ ਨੂੰ 650 ਕਰੋੜ ਰੁਪਏ ਵਿੱਚ ਵੇਚਣਾ ਚਾਹੁੰਦਾ ਸੀ। ਜਦੋਂ ਅਮਰੀਕਾ ਦੇ ਮੌਜੂਦਾ ਪ੍ਰੈਜ਼ੀਡੈਂਟ ਜਾਰਜ H.W. ਬੁਸ਼ ਨੂੰ ਇਸ ਡੀਲ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਰਸ਼ੀਆ ਉੱਤੇ ਦਬਾਅ ਪਾ ਕੇ ਇਸ ਡੀਲ ਨੂੰ ਕੈਂਸਲ ਕਰਵਾ ਦਿੱਤਾ। ਦਰਅਸਲ ਅਮਰੀਕਾ ਜੋ ਕਿ ਆਪਣੇ ਆਪ ਨੂੰ ਦੁਨੀਆ ਦੇ ਹਰ ਇੱਕ ਫੀਲਡ ਵਿੱਚ ਅੱਗੇ ਰੱਖਣਾ ਚਾਹੁੰਦਾ ਸੀ, ਉਸ ਨੂੰ ਸਾਫ਼-ਸਾਫ਼ ਪਤਾ ਸੀ ਕਿ ਜੇ ਕ੍ਰਾਇਓਜੈਨਿਕ ਟੈਕਨੋਲੋਜੀ ਇੰਡੀਆ ਕੋਲ ਆ ਗਈ ਤਾਂ ਇਸਰੋ ਬਹੁਤ ਮਜ਼ਬੂਤ ਹੋ ਜਾਵੇਗਾ ਅਤੇ ਅਮਰੀਕਾ ਇਸ ਸਭ ਨੂੰ ਇੱਕ ਬਹੁਤ ਵੱਡੇ ਕਾਰੋਬਾਰੀ ਘਾਟੇ ਦੇ ਤੌਰ ਤੇ ਵੀ ਦੇਖ ਰਿਹਾ ਸੀ। ਉਹਨਾਂ ਨੂੰ ਪਤਾ ਸੀ ਕਿ ਇਸਰੋ ਅਮਰੀਕਾ ਦੀ ਸਪੇਸ ਏਜੰਸੀ ਨਾਸਾ ਨੂੰ ਫਿਰ ਸਿੱਧੀ ਟੱਕਰ ਦੇਵੇਗਾ, ਇਸ ਲਈ ਅਮਰੀਕਾ ਕਿਸੇ ਵੀ ਹਾਲ ਵਿੱਚ ਇਹ ਮਾਡਰਨ ਟੈਕਨੋਲੋਜੀ ਨੂੰ ਇੰਡੀਆ ਕੋਲੋਂ ਦੂਰ ਰੱਖਣਾ ਚਾਹੁੰਦਾ ਸੀ। ਪਹਿਲਾ ਸਮਝੌਤਾ ਰੱਦ ਹੋਣ ਤੋਂ ਬਾਅਦ ਰਸ਼ੀਆ ਨੇ ਇੰਡੀਆ ਨਾਲ ਇਸ ਡੀਲ ਵਿੱਚ ਕੁਝ ਬਦਲਾਵ ਕੀਤੇ ਅਤੇ ਨਵੀਂ ਡੀਲ ਦੇ ਮੁਤਾਬਿਕ ਹੁਣ ਰਸ਼ੀਆ ਇੰਡੀਆ ਨੂੰ ਸਿੱਧੀ ਟੈਕਨੋਲੋਜੀ ਟ੍ਰਾਂਸਫਰ ਕਰਨ ਦੀ ਬਜਾਏ ਉਹ ਇੰਡੀਆ ਦੇ ਸਾਇੰਟਿਸਟ ਨਾਲ ਮਿਲ ਕੇ ਇਸ ਸਾਰੀ ਟੈਕਨੋਲੋਜੀ ਨੂੰ ਡਿਵੈਲਪ ਕਰਨਾ ਚਾਹੁੰਦੇ ਸਨ ਅਤੇ ਮਿਸਟਰ ਨਾਮਬੀ ਨਾਰਾਇਣ ਨੂੰ ਇਸ ਪ੍ਰੋਜੈਕਟ ਦਾ ਹੈੱਡ ਬਣਾਇਆ ਗਿਆ ਸੀ। ਮਿਸਟਰ ਨਾਮਬੀ ਦੀ ਕਾਬਲੀਅਤ ਤੋਂ ਚੰਗੀ ਤਰ੍ਹਾਂ ਜਾਣੂ ਅਮਰੀਕਾ ਨੇ ਇੱਥੇ ਆਪਣੀਆਂ ਗੰਦੀਆਂ ਚਾਲਾਂ ਨਾਲ ਮਿਸਟਰ ਨਾਮਬੀ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੋਸਤੋ ਇੱਥੋਂ ਹੀ ਇਹ ਸਾਰੀ ਕਨਸਪੀਰੇਸੀ ਦੀ ਸ਼ੁਰੂਆਤ ਹੋਈ ਸੀ। ਇਸ ਸਾਰੀ ਸਾਜ਼ਿਸ਼ ਦੀ ਸ਼ੁਰੂਆਤ ਅਕਤੂਬਰ 1994 ਵਿੱਚ ਉਦੋਂ ਹੁੰਦੀ ਹੈ ਜਦੋਂ ਤਿਰਵੰਤਪੁਰਮ ਵਿੱਚ ਮਰੀਅਮ ਰਸ਼ੀਦਾ ਨਾਮ ਦੀ ਇੱਕ ਔਰਤ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਹੈ। ਗ੍ਰਿਫਤਾਰੀ ਦੇ ਟਾਈਮ ਰਸ਼ੀਦਾ ਕੋਲੋਂ ਇਸ ਕ੍ਰਾਇਓਜੈਨਿਕ ਇੰਜਨ ਦੀਆਂ ਡਰਾਇੰਗਸ ਅਤੇ ਇਸਰੋ ਨਾਲ ਸੰਬੰਧਿਤ ਕਈ ਹੋਰ ਜ਼ਰੂਰੀ ਦਸਤਾਵੇਜ਼ ਮਿਲੇ ਸਨ। ਰਸ਼ੀਦਾ ਨੇ ਆਪਣੀ ਪੁੱਛਗਿੱਛ ਵਿੱਚ ਇਹ ਦੱਸਿਆ ਸੀ ਕਿ ਉਸਨੇ ਇਹ ਸਾਰੀ ਇਨਫੋਰਮੇਸ਼ਨ ਅਤੇ ਡਰਾਇੰਗਸ ਨੂੰ ਮਿਸਟਰ ਨਾਮਬੀ ਨੂੰ ਹਨੀ ਟ੍ਰੈਪ ਵਿੱਚ ਫਸਾ ਕੇ ਇਕੱਠੀ ਕੀਤੀ ਹੈ ਅਤੇ ਉਸ ਵੱਲੋਂ ਇਹ ਸਾਰੀ ਗੁਪਤ ਫਾਈਲਾਂ ਨੂੰ ਪਾਕਿਸਤਾਨ ਕੋਲ ਵੇਚਿਆ ਜਾਣਾ ਸੀ। ਪੁਲਿਸ ਨੇ ਉਸ ਟਾਈਮ ਮਿਸਟਰ ਨਾਮਬੀ ਦੇ ਨਾਲ ਇਸਰੋ ਵਿੱਚ ਕ੍ਰਾਇਓਜੈਨਿਕ ਪ੍ਰੋਜੈਕਟ ਉੱਤੇ ਕੰਮ ਕਰਨ ਵਾਲੇ 2 ਹੋਰ ਸਾਇੰਟਿਸਟ ਨੂੰ ਵੀ ਇਸ ਕੇਸ ਵਿੱਚ ਗ੍ਰਿਫਤਾਰ ਕਰਕੇ ਇਹਨਾਂ ਸਭ ਦਾ ਸੰਬੰਧ ਰਸ਼ੀਦਾ ਅਤੇ ਪਾਕਿਸਤਾਨ ਨਾਲ ਜੋੜ ਦਿੱਤਾ। ਇਹ ਸਭ ਮੀਡੀਆ ਵਿੱਚ ਆਉਣ ਤੋਂ ਬਾਅਦ ਰਸ਼ੀਆ ਨੇ ਆਪਣੀ ਕ੍ਰਾਇਓਜੈਨਿਕ ਡੀਲ ਨੂੰ ਇੰਡੀਆ ਨਾਲੋਂ ਤੋੜ ਦਿੱਤਾ। ਮਿਸਟਰ ਨਾਮਬੀ ਜੋ ਕਿ ਇਸ ਪ੍ਰੋਜੈਕਟ ਦੇ ਹੈੱਡ ਸਨ, ਉਹਨਾਂ ਦੇ ਜੇਲ੍ਹ ਜਾਣ ਪਿੱਛੋਂ
ਇਹ ਸਾਰੇ ਪ੍ਰੋਜੈਕਟ ਉੱਤੇ ਕੰਮ ਬੰਦ ਕਰ ਦਿੱਤਾ ਗਿਆ। ਹਾਲਾਂਕਿ ਮਿਸਟਰ ਨਾਂਬੀ ਨੇ ਸ਼ੁਰੂ ਤੋਂ ਹੀ ਇਹਨਾਂ ਸਾਰੇ ਦੋਸ਼ਾਂ ਨੂੰ ਝੂਠਾ ਅਤੇ ਬੇਬੁਨਿਆਦ ਦੱਸਿਆ ਸੀ, ਪਰ ਪੁਲਿਸ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਅਤੇ ਇੰਡੀਆ ਦੇ ਇੱਕ ਸੱਚੇ ਦੇਸ਼ ਭਗਤ ਅਤੇ ਇਮਾਨਦਾਰ ਸਾਇੰਟਿਸਟ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਨਾਂਬੀ ਨਾਰਾਇਣ ਨੇ ਇਸ ਸਭ ਨੂੰ ਆਪਣੇ ਖਿਲਾਫ ਇੱਕ ਬਹੁਤ ਵੱਡੀ ਸਾਜ਼ਿਸ਼ ਦੱਸਿਆ, ਪਰ ਸਾਡੇ ਪੁਲਿਸ ਨੇ ਬਿਨਾਂ ਕਿਸੇ ਠੋਸ ਸਬੂਤ ਦੇ ਉਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਅਤੇ ਅਗਲੇ 2 ਸਾਲਾਂ ਤੱਕ ਮਿਸਟਰ ਨਾਂਬੀ ਨੂੰ ਸਾਡੀਆਂ ਵੱਖ-ਵੱਖ ਇੰਟੈਲੀਜੈਂਸ ਏਜੰਸੀਆਂ ਵੱਲੋਂ ਬਹੁਤ ਜ਼ਿਆਦਾ ਮੈਂਟਲੀ ਅਤੇ ਫਿਜ਼ੀਕਲੀ ਟੌਰਚਰ ਵੀ ਕੀਤਾ ਗਿਆ। ਆਪਣੀ ਇੱਕ ਇੰਟਰਵਿਊ ਵਿੱਚ ਮਿਸਟਰ ਨਾਂਬੀ ਨੇ ਦੱਸਿਆ ਸੀ ਕਿ ਇੱਕ ਟਾਈਮ ਉਹ ਇੰਨੇ ਟੁੱਟ ਚੁੱਕੇ ਸਨ ਕਿ ਉਹਨਾਂ ਸੁਸਾਈਡ ਕਰਨ ਤੱਕ ਦਾ ਵੀ ਸੋਚ ਲਿਆ ਸੀ ਅਤੇ ਇੱਕ ਵਾਰ ਜ਼ਿਆਦਾ 3rd ਡਿਗਰੀ ਟੌਰਚਰ ਹੋਣ ਕਰਕੇ ਉਹਨਾਂ ਨੂੰ ਹਸਪੀਟਲ ਵੀ ਐਡਮਿਟ ਕਰਾਇਆ ਗਿਆ ਸੀ। ਸਾਡੇ ਉਸ ਟਾਈਮ ਦੇ ਮੀਡੀਆ ਨੇ ਵੀ ਮਿਸਟਰ ਨਾਂਬੀ ਨੂੰ ਇੱਕ ਦੇਸ਼ ਦਰੋਹੀ ਸਾਬਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਅਤੇ ਬਿਨਾਂ ਕਿਸੇ ਠੋਸ ਸਬੂਤ ਅਤੇ ਪੜਤਾਲ ਦੇ ਉਸ ਟਾਈਮ ਵੱਖ-ਵੱਖ ਚੈਨਲਾਂ ਅਤੇ ਅਖਬਾਰਾਂ ਨੇ ਉਹਨਾਂ ਖਿਲਾਫ ਨਿਊਜ਼ ਨੂੰ ਬ੍ਰੌਡਕਾਸਟ ਕੀਤਾ। ਦੋਸਤੋ, ਇਸ ਤੋਂ ਵੀ ਵੱਡੇ ਅਫਸੋਸ ਦੀ ਗੱਲ ਇਹ ਹੈ ਕਿ ਸਾਡੇ ਆਮ ਲੋਕਾਂ ਨੇ ਵੀ ਇਸ ਗੱਲ ਨੂੰ ਮੰਨ ਲਿਆ, ਜਿਸ ਕਰਕੇ ਮਿਸਟਰ ਨਾਂਬੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਮਾੜੇ ਟਾਈਮ ਵਿੱਚੋਂ ਲੰਘਣਾ ਪਿਆ। ਮੰਦਿਰ ਦੇ ਪੁਜਾਰੀ ਤੋਂ ਲੈ ਕੇ ਆਟੋ ਰਿਕਸ਼ਾ ਡਰਾਈਵਰ ਤੱਕ ਨੇ ਉਹਨਾਂ ਦੇ ਪਰਿਵਾਰ ਦਾ ਸਮਾਜਿਕ ਤੌਰ ਤੇ ਬਾਈਕਾਟ ਕਰ ਦਿੱਤਾ ਸੀ, ਪਰ ਕਿਸੇ ਨੇ ਵੀ ਇੰਨੀ ਕਾਮਨ ਸੈਂਸ ਨਹੀਂ ਵਰਤੀ ਕਿ ਜਿਹੜਾ ਸਾਇੰਟਿਸਟ ਨਾਸਾ ਵਰਗੀ ਏਜੰਸੀ ਨੂੰ ਆਪਣੇ ਦੇਸ਼ ਖਾਤਰ ਜੌਬ ਲਈ ਨਾ ਕਹਿ ਸਕਦਾ ਹੈ, ਉਹ ਕਿਵੇਂ ਕੁਝ ਪੈਸਿਆਂ ਲਈ ਪਾਕਿਸਤਾਨ ਨੂੰ ਇਹ ਸਭ ਚੀਜ਼ਾਂ ਵੇਚ ਸਕਦਾ ਸੀ। ਦੋਸਤੋ, ਫਾਈਨਲੀ 1996 ਵਿੱਚ ਸੀਬੀਆਈ ਨੇ ਆਪਣੀ ਇਨਵੈਸਟੀਗੇਸ਼ਨ ਵਿੱਚ ਇਹ ਸਾਫ਼-ਸਾਫ਼ ਕਹਿ ਦਿੱਤਾ ਕਿ ਮਿਸਟਰ ਨਾਂਬੀ ਖਿਲਾਫ ਇਹ ਕੇਸ ਇੱਕ ਝੂਠਾ ਕੇਸ ਹੈ, ਜੋ ਕਿ ਸਿੱਧਾ ਇੰਡੀਆ ਦੇ ਕ੍ਰਾਇਓਜੈਨਿਕ ਪ੍ਰੋਜੈਕਟ ਨੂੰ ਰੋਕਣ ਵਾਸਤੇ ਬਣਾਇਆ ਗਿਆ ਸੀ। ਸੁਪਰੀਮ ਕੋਰਟ ਤੱਕ ਚੱਲੇ ਇਸ ਕੇਸ ਵਿੱਚ ਮਿਸਟਰ ਨਾਂਬੀ ਨੂੰ ਬਾਇਜ਼ਤ ਬਰੀ ਕਰ ਦਿੱਤਾ ਗਿਆ। ਪਰ ਦੋਸਤੋ, ਇਸ ਸਭ ਨਾਲ ਇੰਡੀਆ ਦੀ ਸਪੇਸ ਏਜੰਸੀ ਇਸਰੋ ਅਤੇ ਕ੍ਰਾਇਓਜੈਨਿਕ ਪ੍ਰੋਜੈਕਟ ਦਾ ਬਹੁਤ ਵੱਡਾ ਨੁਕਸਾਨ ਹੋਇਆ, ਕਿਉਂਕਿ ਜੇ ਇੰਡੀਆ ਉਸ ਟਾਈਮ ਸਪੇਸ ਟੈਕਨੋਲੋਜੀ ਵਿੱਚ ਆਤਮ ਨਿਰਭਰ ਹੋ ਜਾਂਦਾ ਤਾਂ ਕਈ ਦੇਸ਼ਾਂ ਨੂੰ ਇਸ ਦਾ ਕਾਫੀ ਵੱਡਾ ਕਾਰੋਬਾਰੀ ਨੁਕਸਾਨ ਵੀ ਹੋਣਾ ਸੀ। ਜੇਲ੍ਹ ਤੋਂ ਬਰੀ ਹੋਣ ਤੋਂ ਬਾਅਦ ਮਿਸਟਰ ਨਾਂਬੀ ਨੇ ਕਿਹਾ ਕਿ ਉਹਨਾਂ ਨੂੰ ਫਸਾਉਣ ਪਿੱਛੇ ਕਿਸੇ ਵਿਦੇਸ਼ੀ ਤਾਕਤ ਦਾ ਹੱਥ ਹੈ ਅਤੇ ਉਹਨਾਂ ਵਿਦੇਸ਼ੀ ਤਾਕਤਾਂ ਨੇ ਇੰਡੀਅਨ ਸਪੇਸ ਪ੍ਰੋਗਰਾਮ ਨੂੰ ਰੋਕਣ ਲਈ ਕੇਰਲਾ ਦੀ ਉਸ ਟਾਈਮ ਦੀ ਮੌਜੂਦਾ ਸਰਕਾਰ ਅਤੇ ਪੁਲਿਸ ਦੇ ਕਈ ਵੱਡੇ ਅਫਸਰਾਂ ਥਰੂ ਇਸ ਸਾਰੇ ਝੂਠੇ ਕੇਸ ਨੂੰ ਬਣਾਇਆ ਸੀ। ਇਸ ਸਭ ਤੋਂ ਬਾਅਦ ਕੇਰਲਾ ਦੀ ਸਰਕਾਰ ਵੱਲੋਂ ਮਿਸਟਰ ਨਾਂਬੀ ਨੂੰ 1 ਕਰੋੜ 30 ਲੱਖ ਦੀ ਕੰਪਨਸੇਸ਼ਨ ਵੀ ਦਿੱਤੀ ਗਈ ਅਤੇ ਸੰਨ 2019 ਵਿੱਚ ਇੰਡੀਆ ਦੀ ਗਵਰਨਮੈਂਟ ਨੇ ਉਹਨਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕਰਕੇ ਆਪਣੇ ਦਾਗ ਧੋਣ ਦੀ ਕੋਸ਼ਿਸ਼ ਵੀ ਕੀਤੀ। ਪਰ ਜਿਹੜਾ ਮਾਨਸਿਕ ਅਤੇ ਸਰੀਰਕ ਕਸ਼ਟ ਮਿਸਟਰ ਨਾਂਬੀ ਵਰਗੇ ਸੱਚੇ ਦੇਸ਼ ਭਗਤ ਨੂੰ ਭੁਗਤਣਾ ਪਿਆ, ਉਹਦੇ ਅੱਗੇ ਇਹ ਕੀਮਤ ਕੁਝ ਵੀ ਨਹੀਂ ਹੈ। ਅਤੇ ਇਸ ਤੋਂ ਵੀ ਵੱਡੀ ਗੱਲ ਕਿ ਜਿਹੜਾ ਕੀਮਤੀ ਅਤੇ ਪ੍ਰੋਡਕਟਿਵ ਟਾਈਮ ਮਿਸਟਰ ਨਾਂਬੀ ਜੀ ਦਾ ਖਰਾਬ ਹੋਇਆ, ਉਸ ਦੀ ਤਾਂ ਕੋਈ ਕੀਮਤ ਹੀ ਨਹੀਂ ਹੈ। ਦੋਸਤੋ, ਮਿਸਟਰ ਨਾਂਬੀ ਨਾਰਾਇਣ ਜੀ ਦੀ ਇਹ ਸਟੋਰੀ ਤੋਂ ਇਹ ਤਾਂ ਬਿਲਕੁਲ ਸਾਫ਼ ਹੋ ਗਿਆ ਹੈ ਕਿ ਇੱਕ ਦੂਸਰੇ ਤੋਂ ਅੱਗੇ ਨਿਕਲਣ ਅਤੇ ਦੁਨੀਆ ਦੀ ਸਰਪੰਚੀ ਲੈਣ ਦੀ ਦੌੜ ਵਿੱਚ ਕੋਈ ਵੀ ਦੇਸ਼ ਕਿਸ ਲੈਵਲ ਤੱਕ ਥੱਲੇ ਡਿੱਗ ਸਕਦਾ ਹੈ। ਇਸ ਦੇ ਨਾਲ ਹੀ ਸਾਨੂੰ ਆਮ ਲੋਕਾਂ ਨੂੰ ਵੀ ਇਸ ਝੂਠੇ ਅਤੇ ਵਿਕਾਊ ਮੀਡੀਆ ਉੱਤੇ ਵੀ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਨਾਂਬੀ ਨਾਰਾਇਣ ਵਰਗੇ ਮਹਾਨ ਲੋਕ ਇੰਡੀਆ ਵਿੱਚ ਪੈਦਾ ਹੋਣੇ ਬੰਦ ਹੋ ਜਾਣਗੇ। ਬਾਕੀ ਦੋਸਤੋ, ਇਸ ਸਟੋਰੀ ਨੂੰ ਪਲੀਜ਼ ਅੱਗੇ ਜ਼ਰੂਰ ਸ਼ੇਅਰ ਕਰ ਦੇਣਾ ਤਾਂ ਕਿ ਹੋਰਾਂ ਲੋਕਾਂ ਨੂੰ ਵੀ ਇਸ ਸੱਚੇ ਦੇਸ਼ ਭਗਤ ਬਾਰੇ ਪਤਾ ਲੱਗ ਸਕੇ। ਦੋਸਤੋ, ਸਾਡੇ ਚੈਨਲ ਦਾ ਮੋਟਿਵ ਤੁਹਾਡੇ ਨਾਲ ਉਹ ਇਨਸਾਈਡ ਇਨਫੋਰਮੇਸ਼ਨ ਸ਼ੇਅਰ ਕਰਨਾ ਹੈ ਜੋ ਆਮ ਲੋਕਾਂ ਤੱਕ ਸਿੱਧੇ ਤਰੀਕੇ ਨਾਲ ਨਹੀਂ ਪਹੁੰਚਦੀ। ਅਤੇ ਜੇ ਤੁਹਾਨੂੰ ਸਾਡੀ ਇਹ ਕੋਸ਼ਿਸ਼ ਪਸੰਦ ਆ ਰਹੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦੇਣਾ। ਆਪਾਂ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ, ਤਦ ਤੱਕ ਲਈ ਥੈਂਕ ਯੂ।